ਇਹ ਨੌਜਵਾਨ ਕੋਈ 12ਵੀਂ ਪਾਸ ਨਹੀਂ ਨੇ, ਇਹ ਉਹ ਨੌਜਵਾਨ ਨੇ ਜਿਨ੍ਹਾਂ ਨੇ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਬਚਾਉਣਾ ਸੀ। ਤੁਸੀਂ ਆਪਦੀ ਗਾਈਡਲਾਈਨ ਦੇ ਵਿੱਚ ਲਿਖ ਦੇਵੇ ਵੀ ਜੇ ਅੱਜ ਤੁਸੀਂ ਸਰਕਾਰੀ ਨੌਕਰੀ ਲੱਗਣਾ ਤਾਂ ਤੁਹਾਨੂੰ ਜੇਲ੍ਹ ਜਾਣ ਦੀ ਪ੍ਰੈਕਟਿਸ ਕਰਨੀ ਪਊਗੀ, ਤੁਹਾਨੂੰ ਕੋਰਟ ਜਾਣ ਦੀ ਪ੍ਰੈਕਟਿਸ ਕਰਨੀ ਪਊਗੀ, ਨੈਟ ਹੋਵੇ ਭਾਵੇਂ ਨਾ ਹੋਵੇ। मतलब सीएम साहब एक पासे भाषण दे रहे थे अंदर ते असीं बाहर सड़कों ते प्रोटेस्ट कर रहे सीगे ते सानू थाने च लिजाया गया उत्थे। मतलब असीं अपना हक भी नहीं मंग सकदे, साडी ये हालात हो रहे ने इस टाइम ते। मेरी थर्ड भर्ती है जिहड़ी क्रैश हो रही है। इस तो पहले मैं 2 स्कूल ਦੀਆਂ ਭਰਤੀਆਂ ਦਿੱਤੀਆਂ ਸੀ, ਇੱਕ ਦਾ ਰਿਜ਼ਲਟ ਨਹੀਂ ਆਇਆ, ਇੱਕ ਵਿੱਚ ਮੇਰੀ ਸਕ੍ਰੂਟਨੀ ਹੋ ਗਈ ਸੀ। मोस्ट क्वालीफाइड कम्यूनिटी ਨੂੰ ਇਗਨੋਰ ਕਰ ਰਹੇ ਆ ਇਸ ਤਰੀਕੇ ਨਾਲ ਤੇ ਹੋਰ ਕਿਸੇ ਦੀ ਕੀ ਸੁਣ ਲੈਣ। ਦਹਿਕਦੇ ਅੰਗਿਆਰਿਆਂ ਤੇ ਸੌਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਰਾਤਾਂ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ। ਨਾ ਕਤਲ ਹੋਏ ਨਾ ਹੋ ਬਣਗੇ ਇਸ਼ਕ ਦੇ ਇਹ ਗੀਤ, मौत की सरदल ते बह गाउंदे रहे ने लोग। सत श्री अकाल, मैं सुखी मंघाणिया, तुसीं जुड़े हुए हो सरलेख दे नाल। सुहाना साहब गुरुद्वारे सामने खड़े हैं मोहाली। तुहाडे चेत्या चों गल्लां बसदियां होणगीਆਂ अज दे मुख मंत्री भगवंत मान दीयां, जदों कहंदे हुंदे सी कि मेरा हरा पैन हमेशा बेरोजगारां लई चलेगा। पर अज मैं जिहड़े नौजवानां नाल मुंडे कुड़ियां नाल खड़ा, ਇਹ ਨੌਜਵਾਨ ਕੋਈ 12ਵੀਂ ਪਾਸ ਨਹੀਂ ਨੇ, ਇਹ ਉਹ ਨੌਜਵਾਨ ਨੇ ਜਿਨ੍ਹਾਂ ਨੇ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਬਚਾਉਣਾ ਸੀ। ਤੇ ਕਾਂਗਰਸ ਸਰਕਾਰ ਵੇਲੇ ਆਈ ਇੱਕ ਭਰਤੀ 1158, ਭਗਵੰਤ ਮਾਨ ਦੀ ਸਰਕਾਰ ਦੀ ਨਿਕੰਮੀ ਨੀਤੀ ਤੇ ਇਹਨਾਂ ਦੀ ਕੋਰਟ ਵਿੱਚ ਪੈਰਵਾਈ ਨਾ ਕਰਨ ਕਰਕੇ ਨੇਪਰੇ ਨਹੀਂ ਚੜ ਰਹੀ। ਤੇ ਅੱਜ ਦੱਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਉਹਨਾਂ ਗੰਦੀਆਂ ਨੀਤੀਆਂ ਦੇ ਵਿੱਚ इन्हां 1158 बेरोजगार नौजवानों की भर्ती दसना बनता कि सब तो वध पढ़े लिखे ने। बहुत सारे अजिहे नौजवान ने जिहड़े नौकरी करते सी, बहुत सारे अजिहे नौजवान ने जिहड़े स्कॉलरशिप लै रहे सी, पर ज्वाइन करने के बावजूद भी अज अध विचकार लटक गए ने। मेरे नाल अज बहुत सारे नौजवान खड़े हैं, करते हैं गलबात। मैडम की नाम है तुहाडा ते योग्यता की है तुहाडी? अमरजीत कौर, मैं एमफिल ते नैट क्लीयर हांगी ਤੇ ਫਸਟ ਰੈਂਕ ਸੀ ਮੇਰਾ ਲਾਇਬ੍ਰੇਰੀ ਸਾਇੰਸ ਦੇ ਵਿੱਚ ਜੀ। ਹਾਂਜੀ, ਆਮ ਆਦਮੀ ਪਾਰਟੀ ਸਰਕਾਰ ਤੋਂ ਪੂਰੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਉਮੀਦ ਜਤਾਈ ਸੀ, ਖਾਸ ਕਰ ਜਦੋਂ ਬੇਰੁਜ਼ਗਾਰਾਂ ਦੀ ਗੱਲ ਕਰਦੇ ਆ। ਅੱਜ 1158 ਵਿੱਚ ਤੁਹਾਡਾ ਨੰਬਰ ਆਇਆ, ਤੁਸੀਂ ਕਹਿੰਦੇ ਪੂਰੇ ਪੰਜਾਬ ਦੇ ਵਿੱਚੋਂ ਫਸਟ ਰੈਂਕ ਸੀ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਨਾ ਜਦੋਂ ਇਲੈਕਸ਼ਨ ਸੀ ਤਾਂ ਜਿਹੜੇ ਆਪ ਪਾਰਟੀ ਦੇ ਨੁਮਾਇੰਦੇ ਸੀਗੇ, ਕੈਂਡੀਡੇਟ ਸੀ, ਤਾਂ ਅਸੀਂ ਉਹਨਾਂ ਨੂੰ ਅਪਰੋਚ ਕੀਤੀ ਸੀ। ਅਸੀਂ ਆਪਣੀ ਦੱਸਿਆ ਸੀ ਵੀ ਸਾਡੀ ਇਦਾਂ ਕਰਕੇ ਭਰਤੀ ਨਿਕਲੀ ਸੀ ਕਾਂਗਰਸ ਦੇ ਟਾਈਮ ਦੇ ਵਿੱਚ ਤੇ ਜਿਹੜੀ ਕਿ ਕੋਰਟ 'ਚ ਚੱਲ ਰਹੀ ਹੈ ਇਹਦੀ ਕਾਰਵਾਈ, ਤਾਂ ਸਾਨੂੰ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਸੀ। ਉਹਨਾਂ ਨੇ ਕਿਹਾ ਸੀ ਵੀ ਤੁਸੀਂ ਜਮਾਂ ਸਹੀ ਹੋਵੋਗੇ, ਅਸੀਂ ਤੁਹਾਡੀ ਹੈਲਪ ਕਰਾਂਗੇ, ਅਸੀਂ ਜਦੋਂ ਜਿੱਤਾਂਗੇ ਹੈ ਨਾ। ਤਾਂ ਅਸੀਂ ਸਾਰੇ ਅਲੱਗ-ਅਲੱਗ ਕੈਂਡੀਡੇਟਸ ਨੂੰ ਆਪਣੇ ਮੰਗ ਪੱਤਰ ਦਿੱਤੇ ਸੀਗੇ, ਉਹ ਸਾਡੇ ਨਾਲ ਬਿਲਕੁਲ ਐਗਰੀ ਕਰਦੇ ਸੀਗੇ। ਪਰ ਹੁਣ ਜਿਵੇਂ ਹੀ ਕੋਰਟ ਦੇ ਵਿੱਚੋਂ ਕੋਈ ਡਿਸੀਜਨ ਆਇਆ ਹੈ ਜਾਂ ਹੁਣ ਉਹਨਾਂ ਦੀ ਸਰਕਾਰ ਆ ਗਈ, ਤਾਂ ਉਹਨਾਂ ਦੀ ਕਿਸੇ ਵੀ ਐਮਐਲਏ ਦੀ, ਕਿਸੇ ਮੰਤਰੀ ਦੀ, ਸੀਐਮ ਦੀ, ਐਜੂਕੇਸ਼ਨ ਮਿਨਿਸਟਰ ਦੀ, ਕਿਸੇ ਨੇ ਵੀ ਸਾਡੇ ਹੱਕ ਦੇ ਵਿੱਚ ਹਾਂ ਦਾ ਨਾਰਾ ਨਹੀਂ ਮਾਰਿਆ। ਜੋ ਵੀ ਸਾਡੇ ਖਿਲਾਫ ਡਿਸੀਜਨ ਆਏਗਾ ਤਾਂ ਕਿਸੇ ਦੀ ਕੋਈ ਆਵਾਜ਼, ਕੋਈ ਬਿਆਨ, ਕੁਝ ਵੀ ਨਹੀਂ ਕਿਤੇ ਆਇਆ ਹੈਗਾ। ਤਾਂ ਅਸੀਂ ਇਹਨਾਂ ਤੋਂ ਕੋਈ ਬਹੁਤੀ ਉਮੀਦ ਨਹੀਂ ਕਰਦੇ। ਜੇ ਅਸੀਂ ਤਾਂ ਅਸੀਂ ਹੁਣ ਇੱਥੇ ਸੜਕਾਂ ਤੇ ਉਤਰੇ ਹੋਏ ਆਂਗੇ ਕਿ ਤਾਂ ਕਿ ਸਾਡੀ ਆਵਾਜ਼ ਇੱਕ ਸੀਐਮ ਹਾਊਸ ਤੱਕ ਪਹੁੰਚ ਸਕੇ। ਪਹਿਲਾਂ ਤਾਂ ਅਸੀਂ ਕਹਿੰਦੇ ਸੀ ਵੀ ਰਾਜਾ ਜਿਵੇਂ ਕੈਪਟਨ ਸੀ ਹੈ ਨਾ, ਵੀ ਉਹ ਮਹਿਲਾਂ 'ਚੋਂ ਬਾਹਰ ਨਹੀਂ ਨਿਕਲਦੇ, ਸਾਡੀ ਆਵਾਜ਼ ਨਹੀਂ ਸੁਣਦੇ ਸੀ। ਹੁਣ ਤਾਂ ਇਹ ਆਮ ਆਦਮੀ ਦੀ ਸਰਕਾਰ ਹੈ, ਤਾਂ ਅਸੀਂ ਇਹਨਾਂ ਤੋਂ ਬਹੁਤ ਉਮੀਦਾਂ ਰੱਖੀਆਂ ਸੀ ਵੀ ਇਹ ਸਾਡੀ ਆਵਾਜ਼ ਜ਼ਰੂਰ ਸੁਣਨਗੇ, ਵੀ ਇਹਨਾਂ 'ਚ ਮਹਿਲਾ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਵੀ ਮਹਿਲਾ ਦੇ ਅੰਦਰ ਬੈਠੇ ਨੇ, ਇਹ ਤਾਂ ਬਾਹਰ ਹੀ ਨੇਗੇ। ਤਾਂ ਸਾਨੂੰ ਲੱਗਦਾ ਸੀ ਸਾਡੀ ਆਵਾਜ਼ ਸੁਣਨਗੇ, ਪਰ ਸਾਡੀ ਆਵਾਜ਼ ਕਿਸੇ ਸਰਕਾਰ ਨੇ ਨਹੀਂ ਸੁਣੀ, ਸਾਡੀ ਆਵਾਜ਼ ਇਹ ਸਰਕਾਰ ਵੀ ਨਹੀਂ ਸੁਣ ਰਹੀ। ਤਾਂ ਪਿਛਲੇ ਟਾਈਮ ਦੇ ਵਿੱਚ ਸਾਨੂੰ ਇੱਕ ਵੀ ਮੀਟਿੰਗ ਨਹੀਂ ਮਿਲੀ ਹੈਗੀ ਹਾਲੇ, ਕਿਸੇ ਵੀ ਮਿਨਿਸਟਰ ਤੋਂ, ਨਾ ਐਜੂਕੇਸ਼ਨ ਮਿਨਿਸਟਰ ਤੋਂ, ਨਾ ਸੀਐਮ ਸਾਹਿਬ ਤੋਂ, ਕਿਸੇ ਤੋਂ ਕੋਈ ਮੀਟਿੰਗ ਨਹੀਂ ਮਿਲੀ। ਤਾਂ ਅਸੀਂ ਇੱਕ ਪਿੱਛੇ ਬਰਨਾਲੇ ਇਕੱਠ ਕੀਤਾ ਸੀਗਾ, ਤਾਂ ਉਹ ਇਕੱਠ ਨੂੰ ਦੇਖਦੇ ਹੋਏ ਸਾਨੂੰ ਐਜੂਕੇਸ਼ਨ ਮਿਨਿਸਟਰ ਦੀ ਮੀਟਿੰਗ ਮਿਲ ਗਈ ਸੀ, ਪਰ ਉਹਦੇ 'ਚ ਸਾਡਾ ਹੱਲ ਕੋਈ ਨਹੀਂ ਹੋਇਆ। ਸਾਨੂੰ ਸਿਰਫ ਇੱਕ ਭਰੋਸਾ ਦਿਵਾਇਆ ਗਿਆ, ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ। ਤੇ ਅਸੀਂ ਸੀਐਮ ਹਾਊਸ ਦੇ ਵਿੱਚ ਵਾਰੀ-ਵਾਰੀ ਗਏ, ਮੰਗ ਪੱਤਰ ਦਿੱਤਾ, ਅਸੀਂ ਮੀਟਿੰਗ ਲਈ ਟਾਈਮ ਦੀ ਰਿਕੁਐਸਟ ਕਰਦੇ ਰਹੇ, ਪਰ ਸਾਨੂੰ ਹਾਲੇ ਤੱਕ ਕੋਈ ਵੀ ਮੀਟਿੰਗ ਨਹੀਂ ਮਿਲੀ ਹੈਗੀ। ਤੁਸੀਂ 28 ਤਰੀਕ ਦਾ ਪ੍ਰੋਗਰਾਮ ਰੱਖਿਆ ਹੋਇਆ ਸੰਗਰੂਰ,
ਜੇਕਰ ਉੱਥੇ ਮੁੱਖ ਮੰਤਰੀ ਸਾਹਿਬ ਉੱਥੇ ਬਹੁਤ ਸਾਰੇ ਲੋਕ ਜਾਂਦੇ ਨੇ ਕੋਠੀ ਅੱਗੇ ਧਰਨਾ ਦੇ ਕੇ ਵਾਪਸ ਆ ਜਾਂਦੇ ਨੇ, ਜੇਕਰ ਉਹ ਤੁਹਾਡੀ ਗੱਲ ਨੂੰ ਨਹੀਂ ਮੰਨਦੇ 28 ਨੂੰ ਤਾਂ ਅਗਲਾ ਐਕਸ਼ਨ ਕੀ ਹੋ ਸਕਦਾ? ਫਿਰ ਸਾਡੇ ਯੂਨੀਅਨ ਦੇ ਜਿਹੜੇ ਹੈਗੇ ਨੇ ਅੱਗੇ ਤਾਂ ਜੋ ਵੀ ਡਿਸੀਜਨ ਲੈਣਗੇ, ਜਿੱਥੇ ਜਿੱਥੇ ਕਹਿਣਗੇ, ਜਿਵੇਂ ਪ੍ਰੋਟੈਸਟ ਕਰਨ ਲਈ ਹੁਣ ਵੀ ਅਸੀਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਕਰਦੇ ਹਾਂ। ਜਿਵੇਂ ਅਸੀਂ 15 ਅਗਸਤ ਨੂੰ ਲੁਧਿਆਣੇ ਵਿਖੇ ਕੀਤਾ ਸੀਗਾ, ਮਤਲਬ ਸੀਐਮ ਸਾਹਿਬ ਇੱਕ ਪਾਸੇ ਭਾਸ਼ਣ ਦੇ ਰਹੇ ਸੀ ਅੰਦਰ ਤੇ ਅਸੀਂ ਬਾਹਰ ਸੜਕਾਂ ਤੇ ਪ੍ਰੋਟੈਸਟ ਕਰ ਰਹੇ ਸੀਗੇ ਤੇ ਸਾਨੂੰ ਥਾਣੇ 'ਚ ਲਿਜਾਇਆ ਗਿਆ। ਉੱਥੇ ਸਾਡੀ ਕੋਈ ਸੁਣਵਾਈ ਨਹੀਂ ਹੋਈ। ਅਸੀਂ ਇੱਕ ਸਿਰਫ ਸਿੰਬੋਲਿਕ ਪ੍ਰੋਟੈਸਟ ਕਰਨਾ ਸੀ, ਸਾਨੂੰ ਉਹਦੀ ਵੀ ਇਜਾਜ਼ਤ ਨਹੀਂ ਮਿਲੀ। ਮਤਲਬ ਅਸੀਂ ਆਪਣਾ ਹੱਕ ਵੀ ਨਹੀਂ ਮੰਗ ਸਕਦੇ। ਸਾਡੀ ਇਹ ਹਾਲਾਤ ਹੋ ਰਹੇ ਨੇ ਇਸ ਟਾਈਮ ਤੇ ਜਿਵੇਂ ਵੀ ਇਹ ਅਗਰ ਸਾਡੀ ਆਵਾਜ਼ ਨਹੀਂ ਸੁਣਨਗੇ ਤਾਂ ਅਸੀਂ ਹੋਰ ਆਪਦਾ ਸੰਘਰਸ਼ ਤਿੱਖਾ ਕਰਾਂਗੇ। ਕਦੇ ਤੁਹਾਡੇ ਯਾਦ ਹੋਣਾ, ਕਦੇ ਮੁੱਖ ਮੰਤਰੀ ਭਗਵੰਤ ਮਾਨ ਹਰਸਿਮਰਤ ਕੌਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਤੇ ਬਠਿੰਡਾ ਸੀਟ ਦੇ ਐਮਪੀ, ਕਦੇ ਉਹਨਾਂ ਦਾ ਮਜ਼ਾਕ ਉਡਾਉਂਦੇ ਸੀ ਨੰਨੀਆਂ ਛਾਵਾਂ ਦੇ ਤੌਰ ਦੇ ਉੱਤੇ। ਅੱਜ ਉਹੀ ਨੰਨੀਆਂ ਛਾਵਾਂ ਸੜਕਾਂ ਤੇ ਰੁਲ ਰਹੀਆਂ ਨੇਗੀਆਂ। ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਸਾਹਿਬ ਨੂੰ? ਅਸੀਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਹੀ ਕਰ ਸਕਦੇ ਹਾਂ। ਦੇਖੋ ਠੀਕ ਹੈ, ਅਸੀਂ ਤਾਂ ਪੜ੍ਹਨਾ ਸੀ, ਸਾਡੇ ਮਾਂ ਆਪਣੇ ਸੰਘਰਸ਼ ਕਰਕੇ ਸਾਨੂੰ ਪੜ੍ਹਾਇਆ। ਅਸੀਂ ਕੋਈ ਬਹੁਤੇ ਅਮੀਰ ਘਰਾਂ ਤੋਂ ਤਾਂ ਹੈ ਨਹੀਂਗੇ, ਅਸੀਂ ਸਾਰੇ ਆਮ ਪਰਿਵਾਰਾਂ ਤੋਂ ਆਂਗੇ। ਸਾਡੇ ਵਿੱਚ ਬਹੁਤ ਸਾਰੇ ਬੱਚੇ ਇਹ ਜਿਹੇ ਨੇ ਜਿਹੜੇ ਬਹੁਤ ਹੀ ਗਰੀਬੀ ਦੇ ਵਿੱਚੋਂ ਉੱਠ ਕੇ ਬਾਹਰ ਮਤਲਬ ਪੜ੍ਹੇ ਨੇਗੇ ਹਨਾ, ਤੇ ਹੁਣ ਉਹਨਾਂ ਨੂੰ ਇੱਕ ਨੌਕਰੀ ਦੀ ਉਮੀਦ ਸੀ ਵੀ ਨੌਕਰੀ ਮਿਲੂਗੀ। ਹੁਣ ਸਾਡੇ 'ਚ ਇੱਕ ਹੈਂਡੀਕੈਪ ਭੈਣ ਵੀ ਹੈ ਜਿਹੜੇ ਅੱਜ ਇੱਥੇ ਨਹੀਂ ਆਏ ਹੈਗੇ, ਉਹ ਸਾਡੇ ਸਾਰੇ ਧਰਨਿਆਂ ਤੇ ਪਹੁੰਚਦੇ ਨੇ ਤੇ ਉਹਨਾਂ ਨੂੰ ਇੱਕ ਸਹਾਇਕ ਦੀ ਨਾਲ ਹੈਲਪਰ ਦੀ ਲੋੜ ਹੁੰਦੀ ਹੈ। ਉਹ ਜਿੱਥੇ ਵੀ ਸਾਡਾ ਧਰਨਾ ਹੁੰਦਾ ਤੇ ਜਾਂਦੇ ਨੇ। ਉਹ ਮਤਲਬ ਜੇ ਉਹਨਾਂ ਦੀ ਗੱਲ ਸੁਣਦੇ ਨਾ ਰੋਣਾ ਆਉਂਦਾ ਹੈਗਾ ਵੀ ਉਹ ਕਿੰਨਾ ਹਾਲਾਤਾਂ 'ਚੋਂ ਕਿਵੇਂ ਉਹਨਾਂ ਨੂੰ ਚੱਕ ਕੇ ਲਿਜਾ ਕੇ ਪੜ੍ਹਾਇਆ ਗਿਆ ਗਾ। ਤੇ ਮਤਲਬ ਸਾਡੇ ਸਾਰੇ ਇੰਨੇ ਹਾਈਲੀ ਕੁਆਲੀਫਾਈਡ ਨੇਗੇ ਜਿਨ੍ਹਾਂ ਨੇ ਵੀ ਇਹ ਟੈਸਟ ਕਲੀਅਰ ਕੀਤਾ ਸੀਗਾ। ਮਤਲਬ ਇਹਦੇ ਵਿੱਚ ਜਿਵੇਂ ਕਿ PhD ਹੋਲਡਰ ਨੇ, ਇਹ ਸਭ ਕੋਈ JRF ਕਲੀਅਰ ਹੈ ਹਨਾ, ਤਾਂ ਕੋਈ PhD ਕਰ ਚੁੱਕੇ ਨੇ, ਕੋਈ ਕਰ ਰਹੇ ਸੀਗੇ। ਵੀ ਸਾਰੇ ਹਾਈਲੀ ਐਜੂਕੇਟਡ ਨੇਗੇ, ਵੀ ਸਭ ਕੁਝ ਇਹਨਾਂ ਨੇ ਇੰਨਾ ਕੀਤਾ ਸੀ ਪੜ੍ਹਾਈਆਂ ਮਿਹਨਤਾਂ ਕਰਕੇ। ਪਰ ਤੁਸੀਂ ਦੇਖ ਲਓ ਵੀ ਅਸੀਂ ਸਾਰੀਆਂ ਸੜਕਾਂ ਤੇ, ਕੋਈ ਵੀ ਭਰਤੀ ਇਹਨਾਂ ਦੀ ਸਿਰੇ ਨਹੀਂ ਚੜੀ ਹੈਗੀ ਹਾਲੇ ਤੱਕ। ਜਿਹੜੀ ਵੀ ਭਰਤੀ ਨਿਕਲਦੀ ਹੈ ਪਤਾ ਨਹੀਂ ਤਾਂ ਸਰਕਾਰ ਦੀ ਇਹ ਜਿਹੀਆਂ ਕੋਈ ਨੀਤੀਆਂ ਨੇ ਜਾਂ ਇਹ ਆਪਣੇ ਵੱਲੋਂ ਇਹ ਰਿਟਾਂ ਕਰਵਾ ਦਿੰਦੇ ਨੇਗੇ। ਜੇ ਹੁਣ ਆਪਾਂ ਕਹੀਏ ਵੀ ਐਜੂਕੇਸ਼ਨ ਮਾਫੀਆ ਹੈਗਾ ਹਨਾ ਹਾਇਰ ਐਜੂਕੇਸ਼ਨ ਦੇ ਵਿੱਚ, ਤਾਂ ਉਹ ਇੰਨਾ ਕੁ ਸਟਰੋਂਗ ਹੈ ਵੀ ਸਰਕਾਰ ਉਹਦੇ ਖਿਲਾਫ ਕੁਝ ਕਰ ਹੀ ਨਹੀਂ ਰਹੀ ਹੈਗੀ। ਵੀ ਪਤਾ ਨਹੀਂ ਉਹਨਾਂ ਦੇ ਕਿਵੇਂ ਕੀ ਰਿਲੇਸ਼ਨ ਨੇ, ਕੀ ਚਾਹੁੰਦੀ ਹੈ ਸਰਕਾਰ। ਵੀ ਸਾਨੂੰ ਇਹ ਵੀ ਸਾਡੀ ਪੈਰਵਾਈ ਸਰਕਾਰ ਕੋਰਟ ਦੇ ਵਿੱਚ ਕਰੇ, ਡਬਲ ਬੈਂਚ ਤੇ ਜਾ ਕੇ ਸਾਡਾ ਕੇਸ ਲੜੇ, ਸਾਡੀ ਹੈਲਪ ਕਰੇ। ਇਹ ਭਰਤੀ ਹੈ 25 ਸਾਲਾਂ ਬਾਅਦ ਨਿਕਲੀ ਸੀਗੀ ਤੇ ਹੁਣ ਇਹ ਤੋਂ ਬਾਅਦ ਇਹ ਭਰਤੀ ਦੁਬਾਰਾ ਕੋਈ ਇਹ ਜਿਹੇ ਅਸਾਰ ਵੀ ਨਹੀਂ ਹੈਗੇ ਵੀ ਨਿਕਲਣਗੇ। ਕੋਈ ਵੀ ਪੱਕੇ ਪ੍ਰੋਫੈਸਰ ਕਾਲਜਾਂ ਦੇ ਵਿੱਚ ਇਸ ਟਾਈਮ ਨਹੀਂ ਪੜ੍ਹਾ ਰਹੇ। ਤਾਂ ਸਾਨੂੰ ਵੀ ਇੱਕ ਉਮੀਦ ਸੀ ਵੀ ਇੱਕ ਗਰੀਬ ਘਰਾਂ ਦੇ ਬੱਚੇ ਨੇ ਜਿਹੜੇ ਉੱਠ ਕੇ, ਕੁੜੀਆਂ ਮੁੰਡੇ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਨਹੀਂ ਜਾ ਕੇ ਪੜ੍ਹ ਸਕਦੇ, ਜਿਨ੍ਹਾਂ ਕੋਲ ਪੈਸੇ ਨਹੀਂ ਹੈਗੇ, ਵੀ ਉਹ ਜਾ ਕੇ ਇਹਨਾਂ ਸਰਕਾਰੀ ਕਾਲਜਾਂ ਦੇ ਵਿੱਚ ਘੱਟ ਫੀਸਾਂ ਨਾਲ ਪੜ੍ਹਨਗੇ। ਪਰ ਹੁਣ ਇਹ ਜਿਹਾ ਕੁਝ ਨਹੀਂ ਹੋ ਰਿਹਾ। ਮਤਲਬ ਸਰਕਾਰ ਨੇ ਤਾਂ ਭਰਤੀ ਮਤਲਬ ਪਤਾ ਨਹੀਂ ਸੋਚ ਹੀ ਰੱਖਿਆ ਵੀ ਇਹ ਪੂਰੀ ਨਹੀਂ ਕਰਨੀ ਜਾਂ ਉਹਨਾਂ ਦੀ ਕੀ ਮਨਸ਼ਾ ਹੈਗੀ। ਅਸੀਂ ਸਰਕਾਰ ਨੂੰ ਅਪੀਲ ਕਰ ਰਹੇ ਹਾਂਗੇ ਵੀ ਸਾਡੀ ਭਰਤੀ ਇਹ ਪੂਰੀ ਕਰੇ, ਸਾਡੀ ਚੰਗੀ ਤਰੀਕੇ ਨਾਲ ਇੱਕ ਚੰਗੀ ਨੀਤ ਦੇ ਨਾਲ ਸਾਡੀ ਪੈਰਵਾਈ ਕੋਰਟ ਦੇ ਵਿੱਚ ਕਰੇ ਤੇ ਸਾਨੂੰ ਇਨਸਾਫ ਦਿਵਾਵੇ। ਹਾਂ, ਕੀ ਨਾਮ ਹੈ ਤੁਹਾਡਾ ਤੇ ਕੁਆਲੀਫਿਕੇਸ਼ਨ? मैं हरमनदीप कौर है और मैं PhD की हुई है, JRF क्लीयर हाँ। और इस तो पहला भी मैं मतलब ये मेरी थर्ड भर्ती है जी क्वैश हो रही है। इस तो पहले मैं 2 स्कूल ਦੀਆਂ ਭਰਤੀਆਂ ਦਿੱਤੀਆਂ ਸੀ, ਇੱਕ ਦਾ ਰਿਜ਼ਲਟ ਨਹੀਂ ਆਇਆ, ਇੱਕ ਵਿੱਚ ਮੇਰੀ ਸਕ੍ਰੂਟਨੀ ਹੋ ਗਈ ਸੀ। ਉਹ ਸਕ੍ਰੂਟਨੀ ਵਿੱਚ ਵੀ ਉਹ ਉਸ ਤੇ ਵੀ ਬਾਅਦ ਕੋਰਟ ਕੇਸ ਪੈ ਗਿਆ ਔਰ ਫਿਰ ਉਹ ਕੁਐਸ਼ ਹੋ ਗਈ ਕੋਰਟ ਵਿੱਚ ਜਾ ਕੇ। ਇਹ ਥਰਡ ਭਰਤੀ ਹੈ ਜਿਹੜੀ ਕੁਐਸ਼ ਹੋ ਰਹੀ ਆ। ਔਰ ਮੈਨੂੰ ਇਹ ਲੱਗਦਾ ਕਿ ਜਿਹੜੇ ਇਹ ਖੜੇ ਆ ਇਹਨਾਂ ਚੋਂ ਬਹੁਤ ਸਾਰੇ ਕੈਂਡੀਡੇਟਸ ਇਦਾਂ ਦੀਆਂ ਜਿਨ੍ਹਾਂ ਦੀ ਚੌਥੀ ਜਾਂ ਪੰਜਵੀਂ ਭਰਤੀ ਹੈ ਜਿਹੜੀ ਕੁਐਸ਼ ਹੋ ਰਹੀ ਆ। ਤਾਂ ਮਤਲਬ ਇਹ ਟ੍ਰੈਂਡ ਹੀ ਸਟਾਰਟ ਕਰ ਦਿੱਤਾ। ਸਰਕਾਰ ਪਹਿਲਾਂ ਕੁਝ ਕੁ ਖਾਮੀਆਂ ਰੱਖ ਲੈਂਦੀ ਹੈ ਨੋਟੀਫਿਕੇਸ਼ਨ 'ਚ, ਬਾਅਦ 'ਚੋਂ ਕੋਰਟ ਵਿੱਚ ਚਲੇ ਜਾਂਦੀ ਹੈ, ਕੋਰਟ ਵਿੱਚ ਗਵਰਨਮੈਂਟ ਕੋਈ ਉਹਦੀ ਪੈਰਵਾਈ ਨਹੀਂ ਕਰਦੀ ਔਰ ਭਰਤੀ ਕੁਐਸ਼ ਹੋ ਜਾਂਦੀ ਆ। ਔਰ ਸਾਡੇ ਵਰਗਿਆਂ ਤੇ ਆ ਕੇ ਜੋ ਐਡਵੋਕੇਟਸ ਦਾ ਬੋਝ ਪੈ ਜਾਂਦਾ, ਫਿਰ ਅਸੀਂ ਉਹ ਕੇਸ ਲੜਦੇ ਰਹਿੰਦੇ ਹਾਂ। ਬਹੁਤ ਹੀ ਬੁਰਾ ਲੱਗ ਰਿਹਾ ਕਿਉਂਕਿ ਸਾਨੂੰ ਖੁਦ ਨੂੰ ਇਹ ਉਮੀਦ ਨਹੀਂ ਸੀਗੀ ਕਿ ਭਗਵੰਤ ਮਾਨ ਜੀ ਸਾਡੀ ਗੱਲ ਨਹੀਂ ਸੁਣਨਗੇ, ਕਿਉਂਕਿ ਅਸੀਂ ਖੁਦ ਉਹ ਚੇਂਜ ਲਿਆਉਣਾ ਚਾਹੁੰਦੇ ਸੀ ਪੰਜਾਬ ਵਿੱਚ ਔਰ ਅਸੀਂ ਕਿਤੇ ਨਾ ਕਿਤੇ ਸਾਡਾ ਹੱਥ ਵੀ ਹੈ ਇਹ ਚੇਂਜ ਲਿਆਉਣ ਵਿੱਚ, ਆਪ ਸਰਕਾਰ ਨੂੰ ਲਿਆਉਣ ਵਿੱਚ। ਬਟ ਇਹਨਾਂ ਨੇ ਬਿਲਕੁਲ ਹੀ ਸਾਨੂੰ ਇਗਨੋਰ ਕਰਤਾ। ਮਤਲਬ ਅਸੀਂ ਮੋਸਟ ਕੁਆਲੀਫਾਈਡ ਕਮਿਊਨਿਟੀ ਨੂੰ ਇਹ ਇਗਨੋਰ ਕਰ ਰਹੇ ਆ ਇਸ ਤਰੀਕੇ ਨਾਲ, ਤੇ ਹੋਰ ਕਿਸੇ ਦੀ ਕੀ ਸੁਣ ਲੈਣਗੇ। ਅਸੀਂ ਉਹਨਾਂ ਤੋਂ ਵੀ ਜ਼ਿਆਦਾ ਕੁਆਲੀਫਾਈਡ ਹਾਂ ਔਰ ਸਾਡੇ ਨਾਲ ਇਹ ਢੰਗ ਨਾਲ ਬੈਠ ਕੇ ਇੱਕ ਮੀਟਿੰਗ ਵੀ ਨਹੀਂ ਕਰ ਸਕਦੇ। ਹਾਂ, ਕੀ ਨਾਮ ਹੈ ਸਰ ਤੁਹਾਡਾ, ਕੁਆਲੀਫਿਕੇਸ਼ਨ ਕੀ ਹੈ? ਮੇਰਾ ਨਾਮ ਸਰਜੋਧਾ ਸਿੰਘ ਹੈ, ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ PhD ਕਰ ਰਿਹਾ ਤੇ ਨੈਟ JRF ਹੈ ਮੈਂ। ਤੇ ਜਿਹੜੀ ਆਪਣੀ ਇਹ ਭਰਤੀ ਆਈ ਸੀ ਇਹਦੇ ਵਿੱਚ ਮੈਂ ਆਪਣੇ ਸਬਜੈਕਟ ਦੇ ਵਿੱਚ ਚੰਗੇ ਨੰਬਰਾਂ ਨਾਲ ਕੁਆਲੀਫਾਈ ਕੀਤਾ ਤੇ ਮਹਿੰਦਰਾ ਕਾਲਜ ਜੁਆਇਨ ਕੀਤਾ ਸੀਗਾ 8 ਮਹੀਨੇ ਪਹਿਲਾਂ। ਕੀ ਕਹਿਣਾ ਚਾਹੁੰਦੇ ਹੋ ਸਮੇਂ ਦੀ ਸਰਕਾਰ ਨੂੰ? ਸਰ ਅਸੀਂ ਜਿਵੇਂ 15 ਅਗਸਤ ਨੂੰ ਨਾ ਲੁਧਿਆਣੇ ਸੀਗੇ, ਉੱਥੇ ਸਾਨੂੰ ਪੁਲਿਸ ਨੇ ਚੱਕਿਆ, ਜੇਲ੍ਹਾਂ 'ਚ ਲੈ ਕੇ ਗਈ। ਤਾਂ ਇੱਕ ਮਿਸ ਹੈਂਡਲਿੰਗ ਹੋਈ ਉੱਥੇ ਸਾਡੇ ਨਾਲ। ਉੱਥੇ ਇੱਕ ਸਾਡੇ ਸਾਥੀ ਨੇ ਪੁਲਿਸ ਨੂੰ ਇੱਕ ਸਵਾਲ ਕਰਿਆ ਸੀਗਾ ਵੀ ਜੇ ਅਸੀਂ ਨਸ਼ੇ ਕਰਦੇ ਹਾਂ, ਲੁੱਟਾਂ ਖੋਹਾਂ ਕਰਦੇ ਹਾਂ, ਤੁਸੀਂ ਚੱਕ ਕੇ ਸਾਨੂੰ ਥਾਣਿਆਂ 'ਚ ਲੈ ਆਉਂਦੇ ਹੋ। ਜੇ ਅਸੀਂ ਪੜ੍ਹ ਲਿਖ ਕੇ ਨੌਕਰੀਆਂ ਮੰਗਦੇ ਹਾਂ ਥਾਣੇ, ਅਸੀਂ ਫਿਰ ਵੀ ਆਉਣਾ ਵੀ ਫਿਰ ਸਾਡੀ ਹੋਣੀ ਕੀ ਹੈ ਨਾ। ਇਹੀ ਸਵਾਲ ਮੇਰਾ ਸਾਡੇ CM ਮਾਨ ਸਾਹਿਬ ਨੂੰ ਹੈ। ਉਹ ਨਸ਼ਿਆਂ ਦੇ ਉੱਤੇ ਗੱਲ ਕਰਦੇ ਨੇ, ਉਚੇਰੀ ਸਿੱਖਿਆ ਦੇ ਉੱਤੇ ਗੱਲ ਕਰਦੇ ਨੇ, ਅਫਸਰ ਬਣਾਉਣ ਦੀ ਗੱਲ ਕਰਦੇ ਨੇ।
ਜਿਹੜੇ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਤੱਤ ਨੇ ਜਿਹੜੇ ਨਸ਼ੇ ਕਰਦੇ ਨੇ, ਲੁੱਟਾਂ ਖੋਹਾਂ ਕਰਦੇ ਨੇ, ਤੁਸੀਂ ਜੇਲ੍ਹਾਂ ਥਾਣੇ ਉਹਨਾਂ ਲਈ ਬਣਾਏ ਨੇ। ਪਰ ਜਦੋਂ ਅਸੀਂ ਪੜ੍ਹ ਲਿਖ ਕੇ PhDਆਂ ਕਰਕੇ ਆਪਦੇ ਹੱਕ ਮੰਗਣ ਆਉਂਦੇ ਆ, ਆਪਣੀ ਨੌਕਰੀ ਬਚਾਉਣ ਆਉਂਦੇ ਆ, ਤਾਂ ਉਹੀ ਜੇਲ੍ਹਾਂ ਥਾਣੇ ਤੁਸੀਂ ਸਾਡੇ ਲਈ ਵੀ ਵਰਤਦੇ ਹੋ। ਤਾਂ ਮਤਲਬ ਤੁਹਾਡੀ ਜਿਹੜੀ ਅੱਖ ਹੈ ਉਹ ਸਾਰਿਆਂ ਲਈ ਇੱਕੋ ਤਰ੍ਹਾਂ ਦੀ ਹੈ। ਸਾਨੂੰ ਬੇਰੁਜ਼ਗਾਰਾਂ ਨੂੰ ਤੁਸੀਂ ਦੋ ਹਿੱਸਿਆਂ 'ਚ ਵੰਡ ਰੱਖਿਆ, ਪੜ੍ਹੇ ਲਿਖਿਆਂ ਨੂੰ ਕਿਵੇਂ ਤੁਸੀਂ ਜੇਲ੍ਹਾਂ 'ਚ ਸੁੱਟਣਾ, ਤੁਹਾਡੇ ਕੋਲ ਉਹ ਵੀ ਤਰੀਕੇ ਹੈਗੇ ਨੇ, ਤੇ ਜਿਹੜੇ ਅਨਪੜ੍ਹ ਨੇ, ਜਿਹੜੇ ਨਸ਼ੇ ਕਰਦੇ ਨੇ, ਜਿਹੜੇ ਲੁੱਟਾਂ ਖੋਹਾਂ ਕਰਦੇ ਨੇ, ਧੱਕੇਮਾਰੀ ਕਰਦੇ ਨੇ, ਉਹਨਾਂ ਨੂੰ ਤੁਸੀਂ ਕਿਵੇਂ ਕੰਟਰੋਲ ਕਰਨਾ, ਉਹ ਵੀ ਤੁਹਾਡੇ ਕੋਲ ਟੈਕਟਿਕਸ ਹੈਗੇ ਨੇ। ਤਾਂ ਕੁੱਲ ਮਿਲਾ ਕੇ ਸਰਕਾਰਾਂ ਦੀ ਇਹ ਇੱਕ ਤਰ੍ਹਾਂ ਦੀ ਪੂਰੀ ਨਕੰਮੀ ਰਣਨੀਤੀ ਹੈ। ਪਿਛਲੇ 25 ਸਾਲਾਂ ਤੋਂ ਹਾਇਰ ਐਜੂਕੇਸ਼ਨ ਦੇ ਵਿੱਚ ਭਰਤੀ ਨਹੀਂ ਹੋਈ। 25 ਸਾਲਾਂ ਤੋਂ ਸਰਕਾਰੀ ਕਾਲਜਾਂ ਦੇ ਵਿੱਚ ਪੱਕੇ ਪ੍ਰੋਫੈਸਰ ਨਹੀਂ ਹੈਗੇ। ਅੱਜ ਕੱਲ ਸਰਕਾਰੀ ਕਾਲਜਾਂ 'ਚ ਦਾਖਲੇ ਚੱਲ ਰਹੇ ਨੇ, ਬੱਚੇ ਇਸ ਲਈ ਐਡਮਿਸ਼ਨ ਕਰਾਉਣੋਂ ਨਾ ਕਰ ਜਾਂਦੇ ਨੇ ਕਿਉਂਕਿ ਸਰਕਾਰੀ ਕਾਲਜਾਂ ਦੇ ਵਿੱਚ ਰੈਗੂਲਰ ਫੈਕਲਟੀ ਨਹੀਂ ਹੈਗੀ, ਪ੍ਰੋਫੈਸਰ ਨਹੀਂ ਹੈਗੇ ਪੜ੍ਹਾਉਣ ਵਾਲੇ। ਤਾਂ ਫਿਰ ਇਹ ਸਾਰੀ ਚੀਜ਼ਾਂ ਦੇ ਚੱਲਦੇ ਹੋਏ 25 ਸਾਲਾਂ ਦੇ ਵਿੱਚ ਜਿਹੜੀ ਇਹਨਾਂ ਨੇ ਸਰਕਾਰੀ ਸਿੱਖਿਆ ਤੰਤਰ ਨੂੰ, ਉਚੇਰੀ ਸਿੱਖਿਆ ਨੂੰ ਖਾਸ ਕਰਕੇ ਜਰਜਰ ਕਰ ਦਿੱਤਾ ਹੈ, ਇਹਨਾਂ ਨੂੰ ਪੂਰੀ ਤਰ੍ਹਾਂ ਨਿਕੰਮਾ ਬਣਾਤਾ। ਹੁਣ ਇਹ ਚਾਹੁੰਦੇ ਨਹੀਂ ਹੈਗੇ ਵੀ ਹਾਇਰ ਐਜੂਕੇਸ਼ਨ ਦੇ ਵਿੱਚ ਅੱਗੇ ਕੋਈ ਭਰਤੀ ਆਵੇ ਤੇ ਨਵੀਂ ਕੋਈ ਭਰਤੀ ਆਵੇ, ਕਿਉਂਕਿ ਇਹਨਾਂ ਨੂੰ ਇੱਕੋ ਚੀਜ਼ ਦਿਖਦੀ ਆ ਵੀ ਬਜਟ ਉੱਤੇ ਭਾਰ ਪਊਗਾ, ਨੌਕਰੀਆਂ ਦਾ ਭਾਰ ਪਊਗਾ। ਪਰ ਕਿਸੇ ਦੇਸ਼ ਨੂੰ ਜੇ ਤੁਸੀਂ ਅੱਗੇ ਲੈ ਕੇ ਜਾਣਾ ਤਾਂ ਸਭ ਤੋਂ ਜ਼ਿਆਦਾ ਫੋਕਸ ਉਹਦੀ ਹਾਇਰ ਐਜੂਕੇਸ਼ਨ ਤੇ ਕਰਨਾ ਚਾਹੀਦਾ ਹੈ, ਜਿਹੜੀ ਇਹ ਸਰਕਾਰ ਦੀ ਇਹਦੇ ਵਿੱਚ ਕੋਈ ਮਨਸ਼ਾ ਨਹੀਂ ਦਿਖ ਰਹੀ। ਇਹਨਾਂ ਨੇ ਕੋਰਟ ਦੇ ਵਿੱਚ ਪਿਛਲੇ ਸਾਲਾਂ ਤੋਂ, ਜਿਵੇਂ ਹਰਮਨ ਮੈਮ ਨੇ ਦੱਸਿਆ ਵੀ ਇਹ 3 ਭਰਤੀਆਂ ਦੀ ਰੱਦ ਹੋਣਾ ਚੱਲ ਚੁੱਕੇ ਨੇ, 1 ਹੁਣੇ ਚੱਲ ਰਿਹਾ। ਤਾਂ ਇਹ ਪਿਛਲੇ ਲਗਭਗ ਕਈ ਸਾਲਾਂ ਤੋਂ ਆਪਾਂ ਭਰਤੀਆਂ ਗਿਣ ਸਕਦੇ ਹਾਂ। ETT ਦੀ 23-64 ਹੈ, ਜਾਂ ਉਸ ਤੋਂ ਬਿਨਾਂ ਪੁਲਿਸ ਦੀਆਂ ਨੇ, ਨਾਇਬ ਤਹਿਸੀਲਦਾਰ ਦੀ ਹੈ। ਇੱਕ ਪੂਰਾ ਦਾ ਪੂਰਾ ਵਰਤਾਰਾ ਜਿਹੜਾ ਸਰਕਾਰਾਂ ਨੇ ਪਿਛਲੇ ਲੰਬੇ ਟਾਈਮ ਤੋਂ ਸ਼ੁਰੂ ਕਰ ਰੱਖਿਆ। ਭਰਤੀ ਆਉਂਦੀ ਹੈ, ਇਹਨੂੰ ਰੱਦ ਕਰ ਦਿੰਦੇ ਨੇ। ਨੌਜਵਾਨਾਂ ਨੂੰ ਇੱਕ ਉਮੀਦ ਜਾਗਦੀ ਆ, ਉਹ ਤਿਆਰੀਆਂ ਕਰਦੇ ਨੇ, ਰਾਤਾਂ ਨੂੰ ਜਾਗ ਪੜ੍ਹਦੇ ਆ, ਪੇਪਰ ਦਿੰਦੇ ਆ, ਪੈਸੇ ਦਿੰਦੇ ਆ, ਇਹਨਾਂ ਨੂੰ ਫੀਸਾਂ ਭਰਦੇ ਆ ਫਾਰਮਾਂ ਦੀਆਂ, ਇਹ ਪੈਸੇ ਇਕੱਠੇ ਕਰਦੇ ਨੇ, ਭਰਤੀ ਰੱਦ ਕਰ ਦਿੰਦੇ ਨੇ। ਤੇ ਕੋਰਟ ਦੇ ਵਿੱਚ ਸਾਨੂੰ ਆਪਦੇ ਵਕੀਲ ਕਰਨੇ ਪੈਂਦੇ ਨੇ। ਅਸੀਂ 100 50 ਹਜ਼ਾਰ ਜਿੰਨਾ ਵੀ ਕਰ ਸਕਦੇ ਆ, ਉਹ ਪੈਸੇ ਇਕੱਠੇ ਕਰਕੇ ਅਸੀਂ ਕੋਰਟਾਂ 'ਚ ਧੱਕੇ ਖਾਂਦੇ ਫਿਰਦੇ ਆ। ਮਤਲਬ ਅੱਜ ਸਾਨੂੰ ਇਹ ਸਮਝ ਨਹੀਂ ਆਉਂਦੀ ਹੈਗੀ ਵੀ ਜਾਂ ਤਾਂ ਆਪਦੀਆਂ UGC ਜਿਹੜੀ ਉਹ ਗਾਈਡਲਾਈਨ ਬਦਲ ਦੇਵੇ, UGC ਆਪਦੀ ਗਾਈਡਲਾਈਨ ਦੇ ਵਿੱਚ ਲਿਖ ਦੇਵੇ ਵੀ ਜੇ ਅੱਜ ਤੁਸੀਂ ਸਰਕਾਰੀ ਨੌਕਰੀ ਲੱਗਣਾ ਤਾਂ ਤੁਹਾਨੂੰ ਜੇਲ੍ਹ ਜਾਣ ਦੀ ਪ੍ਰੈਕਟਿਸ ਕਰਨੀ ਪਊਗੀ, ਤੁਹਾਨੂੰ ਕੋਰਟ ਜਾਣ ਦੀ ਪ੍ਰੈਕਟਿਸ ਕਰਨੀ ਪਊਗੀ, ਨੈਟ ਹੋਵੇ ਭਾਵੇਂ ਨਾ ਹੋਵੇ। ਮਤਲਬ ਇਹ ਉਹਨਾਂ ਨੂੰ ਆਪਦੀ ਗਾਈਡਲਾਈਨ 'ਚ ਲਿਖ ਲੈਣਾ ਚਾਹੀਦਾ। ਕਾਂਗਰਸ ਹੋਣ ਚਾਹੇ ਅਕਾਲੀ ਹੋਣ, ਉਸ ਸਮੇਂ ਦੇ ਸਿੱਖਿਆ ਮੰਤਰੀ ਤੇ ਮੁੱਖ ਮੰਤਰੀਆਂ ਨੂੰ ਮਿਲਣ ਦੇ ਲਈ ਪੰਜਾਬ ਦੇ ਹਰ ਵਰਗ ਨੂੰ ਲੀਲੜੀਆਂ ਕੱਢਣੀਆਂ ਪੈਂਦੀਆਂ ਸੀ। ਕੀ ਲੱਗਦਾ ਵੀ ਅੱਜ ਆਮ ਆਦਮੀ ਪਾਰਟੀ ਸਰਕਾਰ ਵੀ ਉਹਨਾਂ ਕੰਮਾਂ 'ਤੇ ਉਤਰੀ ਹੋਈ ਹੈ? ਕੀ ਤੁਹਾਡੇ ਕੋਲ ਕੋਈ MLA ਤੁਹਾਡੇ ਤੱਕ ਪਹੁੰਚ ਕੀਤੀ ਕਿਸੇ ਨੇ? ਸਰ, ਸਾਡੀ ਭਰਤੀ ਹੈ ਜਿਹੜੀ ਹਾਈ ਕੋਰਟ ਦੇ ਵਿੱਚੋਂ, ਉਹਦਾ ਜਿਹੜਾ ਅਨਾਉਂਸਮੈਂਟ ਹੋਈ ਆ 8 ਅਗਸਤ ਨੂੰ ਹੋਈ ਹੈ, ਅੱਜ 23 ਤਰੀਕ ਹੋ ਚੁੱਕੀ ਹੈ। ਹੁਣ ਤੱਕ ਇੱਕ ਵੀ ਸਰਕਾਰੀ ਮਹਿਕਮੇ ਵੱਲੋਂ ਕੋਈ ਬਿਆਨ ਨਹੀਂ ਆਇਆ। ਹਾਇਰ ਐਜੂਕੇਸ਼ਨ ਦੇ ਜਿਹੜੇ ਸਾਡੇ ਮਿਨਿਸਟਰ ਨੇ ਮੀਤ ਹੇਅਰ ਜੀ, ਉਹਨਾਂ ਨੂੰ ਘੱਟੋ ਘੱਟ ਸੋਚਣਾ ਚਾਹੀਦਾ। ਜਿਹੜੇ ਮਹਿਕਮੇ ਦੇ ਮੰਤਰੀ ਨੇ, ਉਹਨਾਂ ਦੇ ਮਹਿਕਮੇ ਦੀ ਇੱਕ ਵੱਡੀ ਭਰਤੀ ਰੱਦ ਹੋਈ ਹੈ, ਉਚੇਰੀ ਸਿੱਖਿਆ ਦੀ ਬਾਰ-ਬਾਰ ਗੱਲ ਕਰਦੇ ਨੇ, ਉਹਨਾਂ ਨੇ ਅੱਜ ਤੱਕ ਇਹਦੇ ਤੇ ਕੋਈ ਬਿਆਨ ਨਹੀਂ ਦਿੱਤਾ ਹੈਗਾ। ਘੱਟੋ ਘੱਟ ਮੀਡੀਆ ਦੇ ਵਿੱਚ ਇੱਕ ਪ੍ਰੈਸ ਰਿਲੀਜ਼ ਹੀ ਕਰ ਦੇਣੀ ਚਾਹੀਦੀ ਸੀ ਉਹਨਾਂ ਨੂੰ। ਉਸ ਤੋਂ ਬਿਨਾਂ ਅਸੀਂ ਜੇ ਗੱਲ ਕਰੀਏ, ਪੁਰਾਣੀਆਂ ਸਰਕਾਰਾਂ ਨੇ 25 ਸਾਲਾਂ ਤੋਂ ਹਾਇਰ ਐਜੂਕੇਸ਼ਨ ਨੂੰ ਨਜ਼ਰਅੰਦਾਜ਼ ਕੀਤਾ। ਤੇ ਜਦੋਂ ਇਹ ਸਰਕਾਰ, ਅਸਲ 'ਚ ਹੁੰਦਾ ਕੀ ਆ, ਜਦੋਂ ਵੋਟਾਂ ਪੈਣੀਆਂ ਹੁੰਦੀਆਂ ਨੇ ਉਦੋਂ ਨੌਕਰੀਆਂ ਨਿਕਲਦੀਆਂ ਨੇ। ਤਾਂ ਕਾਂਗਰਸ ਸਰਕਾਰ ਨੇ ਵੋਟਾਂ ਦੇ ਨੇੜੇ ਆ ਕੇ ਉਹ ਭਰਤੀ ਕੱਢੀ ਹੈ ਨਾ। ਉਹਦੇ ਵਿੱਚ ਵੀ ਇੱਕ ਵੱਡੀ ਮੂਵਮੈਂਟ ਸੀਗੀ, ਸਰਕਾਰੀ ਕਾਲਜ ਬਚਾਓ ਮੰਚ ਵੱਲੋਂ ਲਗਾਤਾਰ ਸਟਰਗਲ ਕੀਤੀ ਗਈ, ਬਾਰ-ਬਾਰ ਧਰਨੇ ਮੁਜ਼ਾਹਰੇ ਕੀਤੇ ਗਏ। ਹੁਣ ਤੱਕ ਜਦੋਂ ਤੋਂ ਤੁਹਾਡਾ ਸਟਰਗਲ ਚੱਲ ਰਿਹਾ ਹੈ, ਮੈਂ ਪੁੱਛਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ MLA, ਕੋਈ ਵੀ ਮੰਤਰੀ ਤੁਹਾਡੇ ਤੱਕ ਜਿਹੜੇ ਗੱਲਾਂ ਕਰਦੇ ਹੁੰਦੇ ਸੀ ਕਿ ਅਸੀਂ ਲੋਕਾਂ ਦੇ ਘਰਾਂ ਤੱਕ ਜਾਵਾਂਗੇ, ਜਿੱਦੇ ਤੁਹਾਡੇ ਯਾਦ ਹੋਣਾ ਪਹਿਲੀ ਕੈਬਨਿਟ ਮੀਟਿੰਗ ਹੋਈ ਹੈ, ਉਦੋਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਤਾਂ ਜੀ ਬਾਰਡਰ ਸਰਕਾਰ ਚਲਾਵਾਂਗੇ, ਤੁਹਾਡੇ ਤੱਕ ਇਹਨਾਂ ਦੀ ਕਿਸੇ ਨੇ ਪਹੁੰਚ ਕੀਤੀ ਹੈ? ਇਹਨਾਂ ਨੇ ਸਰ ਵਾਅਦੇ ਤਾਂ ਬਹੁਤ ਵੱਡੇ ਕੀਤੇ ਹੋਏ ਨੇ। ਇਹ ਇਹਨਾਂ ਨੇ ਕਿਹਾ ਸੀ ਇਹ ਸਰਕਾਰ ਸਾਡੀ ਨਹੀਂ ਲੋਕਾਂ ਦੀ ਆ। ਇਹਨਾਂ ਨੇ ਇਹ ਵੀ ਕਿਹਾ ਸੀ ਵੀ ਹੁਣ ਕਿਸੇ ਨੂੰ ਧਰਨਾ ਮੁਜ਼ਾਹਰਾ ਨਹੀਂ ਲਾਉਣਾ ਪਊ। ਪਰ ਇਹ ਸਾਨੂੰ ਜਿਹੜੇ ਵਾਅਦੇ ਨੇ, ਅਸੀਂ ਲਗਾਤਾਰ ਪਿਛਲੇ 8 ਅਗਸਤ ਤੋਂ ਬਾਅਦ ਲਗਾਤਾਰ ਸੜਕਾਂ ਤੇ ਆ। 15 ਅਗਸਤ ਦਾ ਦਿਨ ਹੋਵੇ, ਹੁਣ ਅਸੀਂ ਅਲੱਗ-ਅਲੱਗ ਜ਼ੋਨਾਂ ਦੇ ਵਿੱਚ ਇਕੱਤਰਤਾਵਾਂ ਕਰ ਰਹੇ ਹਾਂ। 28 ਨੂੰ ਅਸੀਂ ਸੰਗਰੂਰ ਜਾ ਰਹੇ ਹਾਂ। ਪਰ ਹੁਣ ਤੱਕ ਸਾਡੀ ਇਹ ਜਿਹੜੀ ਪੂਰੀ ਲੜਾਈ ਚੱਲ ਰਹੀ ਹੈ, ਇਹ 'ਚ ਸਾਨੂੰ ਕੋਈ ਇਹਨਾਂ ਦਾ ਭਰੋਸਾ ਨਹੀਂ ਮਿਲਿਆ, ਕੋਈ ਇਹਦਾ ਬਿਆਨਬਾਜ਼ੀ ਨਹੀਂ ਆਈ। ਇਹ ਪਤਾ ਨਹੀਂ ਇਹਨਾਂ ਨੂੰ ਦਿਖ ਨਹੀਂ ਰਿਹਾ ਜਾਂ ਅੱਖਾਂ ਬੰਦ ਕਰਕੇ ਚੱਲ ਰਹੇ ਨੇ। ਸਾਡੀ ਇਹਨਾਂ ਨੂੰ ਇੱਕੋ ਸਾਡੀ ਆਸ ਵੀ ਇਹਨਾਂ ਨਾਲ, ਸਾਡੀ ਚੇਤਾਵਨੀ ਵੀ ਆ ਵੀ ਜੇ ਹਾਇਰ ਐਜੂਕੇਸ਼ਨ ਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਕਰਨਗੇ ਤਾਂ ਇਹ ਲੜਾਈ ਹੋਰ ਵੀ ਤਿੱਖੀ ਹੋਊਗੀ। ਅਸੀਂ 28 ਅਗਸਤ ਤੋਂ ਬਾਅਦ ਅਸੀਂ ਜਿਹੜਾ ਸੰਘਰਸ਼ ਹੈ ਉਹਨੂੰ ਹੋਰ ਤਿੱਖਾ ਕਰਾਂਗੇ, ਇਹਨੂੰ ਹੋਰ ਰੂਪ ਦੇਵਾਂਗੇ। ਕੀ ਨਾਮ ਹੈ ਤੁਹਾਡਾ ਤੇ ਕੁਆਲੀਫਿਕੇਸ਼ਨ? ਮੇਰਾ ਨਾਮ ਡਾਕਟਰ ਸੁਹੇਲ ਹੈ ਜੀ। MA PhD ਪੋਸਟ ਡੌਕ ਕੀਤੀ ਹੋਈ ਹੈ ਜੀ ਮੈਂ। ਇਸ ਤੋਂ ਇਲਾਵਾ 4 ਇੰਟਰਨੈਸ਼ਨਲ ਫੈਲੋਸ਼ਿਪਸ ਮੇਰੇ ਕੋਲ ਹੈਗੇ ਨੇ ਜੀ। 6 ਕੰਟਰੀਆਂ ਮੈਂ ਵਿਜ਼ਿਟ ਕਰ ਚੁੱਕਿਆ ਹੈਗਾ ਗਵਰਨਮੈਂਟ ਫੈਲੋਸ਼ਿਪਸ ਤੇ ਇਹ ਜਦੋਂ ਭਰਤੀ ਆਈ ਸੀਗੀ ਤਾਂ ਇੱਕੋ ਆਸ ਦੇ ਨਾਲ ਪੰਜਾਬ ਨੂੰ, ਜਿਹੜਾ ਹਲਕਾ ਬੰਦਾ ਤੁਹਾਨੂੰ? ਮੇਰਾ ਹਲਕਾ ਮਲੇਰਕੋਟਲਾ ਹੈ ਜੀ। ਇਸ ਇੱਕੋ ਆਸ ਦੇ ਨਾਲ ਇਸ ਭਰਤੀ 'ਚ ਆਇਆ ਸੀਗਾ
ਕਿ ਮੈਂ ਆਪਣੀਆਂ ਸੇਵਾਵਾਂ ਪੰਜਾਬ ਨੂੰ ਦੇਣਾ ਚਾਹੁੰਦਾ ਹਾਂ। ਅਸੀਂ ਚੰਡੀਗੜ੍ਹ ਤੋਂ ਪੜ੍ਹੇ ਹੋਏ ਇੰਨਾ ਵਧੀਆ ਐਕਸਪੋਜ਼ਰ ਲੈ ਕੇ ਹਾਸਿਲ ਕੀਤਾ ਹੋਇਆ ਇਹੀ ਸੀਗਾ ਕਿ ਅਸੀਂ ਆਪਣਾ ਜਿਹੜਾ ਐਕਸਪੋਜ਼ਰ ਹੈਗਾ ਉਹ ਪੰਜਾਬ ਦੇ ਉਹਨਾਂ ਕਾਲਜਾਂ ਨੂੰ ਜਿਹੜੇ ਪਿਛਲੇ 25 ਸਾਲ ਤੋਂ 30 ਸਾਲ ਤੋਂ ਜਿਹੜੇ ਅੱਖੋਂ ਓਹਲੇ ਕਰ ਦਿੱਤੇ ਗਏ ਸੀਗੇ, ਉੱਥੇ ਦੇ ਬੱਚਿਆਂ ਨੂੰ ਅਸੀਂ ਪੜ੍ਹਾ ਸਕੀਏ, ਉੱਥੇ ਦੇ ਬੱਚਿਆਂ ਨੂੰ ਜੋ ਅਸੀਂ ਸੁਪਨੇ ਦੇਖੇ ਸੀਗੇ ਉਹ ਉਹਨਾਂ ਨੂੰ ਸੁਪਨੇ ਦਿਖਾ ਸਕੀਏ। ਇਸੇ ਆਸ ਦੇ ਨਾਲ ਅਸੀਂ ਸਰਕਾਰੀ ਆਪਣੀਆਂ ਪੋਸਟਾਂ ਛੱਡ ਕੇ ਪੰਜਾਬ ਦੇ ਵਿੱਚ ਆਏ ਸੀਗੇ ਤੇ ਪਿਛਲੇ 7 ਮਹੀਨਿਆਂ ਦੇ ਵਿੱਚ ਜਦੋਂ ਅਸੀਂ ਕੰਮ ਵੀ ਕੀਤਾ ਹੈਗਾ ਤਾਂ ਮੈਂ ਇਹੀ ਕਹਾਂਗਾ ਕਿ ਜੇ ਅਸੀਂ ਇੱਕ ਚੀਜ਼ ਕੀਤੀ ਹੈ, ਪੰਜਾਬ ਦੇ ਬੱਚਿਆਂ ਨੂੰ ਉਮੀਦ ਜਿਹੜੀ ਹੈਗੀ ਉਹ ਦਿੱਤੀ ਹੈ ਆਪਣੀ ਪੜ੍ਹਾਈ ਦੇ ਨਾਲ, ਸਾਡੇ ਐਕਸਪੋਜ਼ਰ ਦੇ ਨਾਲ, ਸਾਡੇ ਐਕਸਪੀਰੀਅੰਸ ਦੇ ਨਾਲ। ਤਾਂ ਹੁਣ ਅਸੀਂ ਸਰਕਾਰ ਤੋਂ ਇਹੀ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਸਰਕਾਰ ਨੂੰ ਸਾਡੀਆਂ ਸੇਵਾਵਾਂ ਚਾਹੀਦੀਆਂ ਨੇ ਕਿ ਨਹੀਂ ਚਾਹੀਦੀਆਂ ਹੈਗੀਆਂ। ਅਸੀਂ ਆਪਣਾ ਸਾਰਾ ਕੁਝ ਛੱਡ ਛਡਾ ਕੇ, ਪੰਜਾਬ ਨੇ ਜਦੋਂ ਸਾਨੂੰ ਇੱਕ ਵਾਰ ਆਵਾਜ਼ ਮਾਰੀ ਅਸੀਂ ਸਭ ਕੁਝ ਛੱਡ ਛਡਾ ਕੇ ਪੰਜਾਬ ਦੇ ਵਿੱਚ ਆ ਗਏ, ਪਰ ਹੁਣ ਪੰਜਾਬ ਸਰਕਾਰ ਵੱਲੋਂ 8 ਅਗਸਤ ਤੋਂ ਜਦੋਂ ਇਹ ਭਰਤੀ ਰੱਦ ਹੋਈ ਹੈ ਉਹਨਾਂ ਵੱਲੋਂ ਇੱਕ ਸਟੇਟਮੈਂਟ ਵੀ ਨਹੀਂ ਆਉਂਦੀ, ਤਾਂ ਸਾਨੂੰ ਇਹੀ ਲੱਗਦਾ ਹੈਗਾ ਕਿ ਸ਼ਾਇਦ ਪੰਜਾਬ ਨੂੰ ਸਾਡੀਆਂ ਸੇਵਾਵਾਂ ਨਹੀਂ ਚਾਹੀਦੀਆਂ। ਪੰਜਾਬ ਨੂੰ ਆਪਣੇ ਉਹ ਪੁੱਤ, ਆਪਣੀਆਂ ਉਹ ਧੀਆਂ ਜਿਨ੍ਹਾਂ ਨੇ ਹੁਣ ਤੱਕ ਦੀ ਆਪਣੀ ਸਾਰੀ ਜਵਾਨੀ ਪੜ੍ਹਾਈ ਦੇ ਵਿੱਚ ਗੁਜ਼ਾਰੀ ਹੈਗੀ ਹੈ, ਜਦੋਂ ਪੰਜਾਬ ਨੂੰ ਕੁਝ ਦੇਣਾ ਚਾਹੁੰਦੇ ਨੇ ਤਾਂ ਸ਼ਾਇਦ ਸਰਕਾਰਾਂ ਦੀ ਚੁੱਪ ਸਾਨੂੰ ਇਹੀ ਦੱਸਦੀ ਹੈ ਕਿ ਉਹ ਸਾਨੂੰ ਵੀ ਅੱਖੋਂ ਓਹਲੇ ਕਰਨਾ ਚਾਹੁੰਦੇ ਨੇ। ਤਾਂ ਇਹੀ ਮੇਰਾ ਸਵਾਲ ਹੈ ਉਹਨਾਂ ਤੋਂ ਕਿ ਕੀ ਅੱਜ ਪੰਜਾਬ ਨੂੰ ਪੜ੍ਹੀਆਂ ਲਿਖੀਆਂ ਉਹਨਾਂ ਦੀਆਂ ਧੀਆਂ ਤੇ ਉਹਨਾਂ ਦੇ ਪੁੱਤਰ ਜਿਹੜੇ ਪੰਜਾਬ ਦੇ ਕਾਲਜਾਂ ਦੀ ਨੁਹਾਰ ਬਦਲ ਸਕਦੇ ਨੇ, ਉਹਨਾਂ ਨੂੰ ਚਾਹੀਦੇ ਹਨ ਕਿ ਨਹੀਂ ਚਾਹੀਦੇ? ਇਹੀ ਮੇਰਾ ਸਵਾਲ ਅੱਜ ਦੀਆਂ ਸਰਕਾਰਾਂ ਤੋਂ ਹੈਗਾ ਜੀ। ਸਰ ਕੀ ਨਾਮ ਆ ਤੁਹਾਡਾ ਤੇ ਕੁਆਲੀਫਿਕੇਸ਼ਨ ਕੀ ਹੈ? 1152 ਭਰਤੀ ਦੇ ਵਿੱਚੋਂ ਕਿੰਨੇ ਕੈਂਡੀਡੇਟ ਜੁਆਇਨ ਕਰ ਗਏ ਸੀ? ਮੇਰਾ ਨਾਮ ਡਾਕਟਰ ਰਾਏ ਬਹਾਦਰ ਸਿੰਘ ਹੈ ਜੀ। ਮੇਰੀ ਕੁਆਲੀਫਿਕੇਸ਼ਨ ਐਮਫਿਲ ਪੀਐਚਡੀ ਜੇਆਰਐਫ ਤੇ ਟਵਾਈਸ ਹੈ ਤੇ ਮੇਰਾ ਸਬਜੈਕਟ ਹੈਗਾ ਸੰਗੀਤ। ਉਹਦੇ ਵਿੱਚ ਇਹਨਾਂ ਕੁਆਲੀਫਿਕੇਸ਼ਨ ਤੋਂ ਇਲਾਵਾ ਇੱਕ ਹੋਰ ਵੱਡੀ ਕੁਆਲੀਫਿਕੇਸ਼ਨ ਹੁੰਦੀ, ਉਹ ਹੁੰਦੀ ਰੇਡੀਓ ਆਰਟਿਸਟ ਦੀ। ਤੇ ਉਹਦੇ ਵਿੱਚ ਮੈਂ ਆਲ ਇੰਡੀਆ ਰੇਡੀਓ ਜਲੰਧਰ ਤੋਂ ਗ੍ਰੇਡਡ ਆਰਟਿਸਟ ਹਾਂ ਜੀ। ਤੇ ਉਹ ਪੰਜਾਬ ਦੇ ਵਿੱਚ ਜਿੰਨੇ ਵੀ ਪ੍ਰੋਫੈਸਰ ਪੜ੍ਹਾ ਰਹੇ ਨੇ ਕਾਲਜਸ ਵਿੱਚ, ਉਹਨਾਂ ਵਿੱਚੋਂ ਹਾਰਡਲੀ 2-4% ਹੋਣਗੇ ਜਿਨ੍ਹਾਂ ਕੋਲ ਇਹ ਕੁਆਲੀਫਿਕੇਸ਼ਨ ਹੋਏਗੀ ਜੀ। ਤੇ ਜਿਹੜਾ ਤੁਸੀਂ ਦੂਸਰਾ ਸਵਾਲ ਪੁੱਛਿਆ ਉਹਦੇ ਵਿੱਚ ਹੈ ਕਿ ਟੋਟਲ 132 ਦੇ ਲਗਭਗ ਕੈਂਡੀਡੇਟਸ ਨੂੰ ਸਟੇਸ਼ਨ ਦਿੱਤੇ ਗਏ ਸੀਗੇ ਜਿਹੜੇ ਸਟੇਸ਼ਨ ਤੇ ਪਹੁੰਚ ਗਏ, ਪਰ ਉਹਨਾਂ ਤੋਂ ਇਲਾਵਾ 124 ਜਿਹੜੇ ਨੇ ਇਸ ਵੇਲੇ ਕਾਲਜ ਵਿੱਚ ਪੜ੍ਹਾ ਰਹੇ ਨੇ ਤੇ 450 ਦੇ ਲਗਭਗ ਜਿਹੜੇ ਸੀਗੇ ਉਹਨਾਂ ਕੋਲ ਅਪਾਇੰਟਮੈਂਟ ਲੈਟਰ ਹੈ ਪਰ ਉਹ ਕਾਲਜ ਵਿੱਚ ਨਹੀਂ ਪਹੁੰਚ ਸਕੇ ਜੀ। ਕੀ ਕਹਿਣਾ ਚਾਹੁੰਦੇ ਸਮੇਂ ਸਰਕਾਰ ਨੂੰ? ਸਮੇਂ ਦੀ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜੀ ਉੱਚ ਸਿੱਖਿਆ ਹੈ ਜੀ ਉਹਦਾ ਪਹਿਲਾਂ ਤੋਂ ਹੀ ਬਹੁਤ ਪੱਧਰ ਨੀਵਾਂ ਹੋ ਚੁੱਕਿਆ ਹੈ ਤੇ ਜੇ ਸਰਕਾਰਾਂ ਇਸ ਵੇਲੇ ਇਹਨੂੰ ਸੰਭਾਲ ਨਹੀਂ ਸਕਦੀਆਂ ਤਾਂ ਜਿਹੜੇ ਫੋਕੇ ਦਾਅਵੇ ਕਰਕੇ ਆ ਗਏ ਨੇ ਲੋਕਾਂ ਨਾਲ, ਉਹਨਾਂ ਦਾ ਕੋਈ ਫਾਇਦਾ ਨਹੀਂ ਹੈ। ਤੇ ਕਿਉਂਕਿ ਇਸ ਵੇਲੇ ਜਿਹੜੇ ਸਰਕਾਰੀ ਕਾਲਜ ਨੇ ਉਹਨਾਂ ਵਿੱਚ ਫੈਕਲਟੀ ਦੀ ਘਾਟ ਕਰਕੇ ਜਾਂ ਫਿਰ ਹੋਰ ਜਿਹੜੇ ਕਾਰਨ ਰਹੇ ਨੇ ਉਹਨਾਂ ਕਰਕੇ, ਦੇਖੋ ਰਵੀ ਸਿੱਧੂ ਦੇ ਕੇਸ ਤੋਂ ਲੈ ਕੇ ਹੁਣ ਤੱਕ ਜਿਹੜੇ ਆ ਸਾਡੇ 'ਚ ਇਹੋ ਜਿਹੇ ਵੀ ਕਈ ਕੈਂਡੀਡੇਟ ਨੇ ਜਿਹੜੇ ਰਵੀ ਸਿੱਧੂ ਵਾਲੇ ਕੇਸ ਵਿੱਚ ਫਸ ਕੇ ਵੀ, ਉਹਦੀ ਭਰਤੀ ਦੀ ਪ੍ਰਕਿਰਿਆ ਵਿੱਚ ਫਸ ਕੇ ਵੀ ਹਾਲੇ ਤੱਕ ਘਰ ਬੈਠੇ ਨੇ ਤੇ ਉਹਨਾਂ ਨੇ ਇਸ ਭਰਤੀ ਦੇ ਵਿੱਚ ਵੀ ਟੈਸਟ ਪਾਸ ਕੀਤਾ, ਇਹਦੇ ਵਿੱਚ ਵੀ ਮੈਰਿਟ ਤੇ ਆਏ ਤੇ ਹੁਣ ਫਿਰ ਉਹਨਾਂ ਨਾਲ ਉਹੀ ਵਰਤਾਰਾ ਵਾਪਰ ਰਿਹਾ। ਤਾਂ ਸਰਕਾਰਾਂ ਤੋਂ ਇਹੀ ਮੰਗ ਹੈ ਜੀ ਕਿ ਉਹ ਕਿੰਨਾ ਚਿਰ ਜਿਹੜੀ ਉੱਚ ਸਿੱਖਿਆ ਆ ਪੰਜਾਬ ਦੀ ਨੌਜਵਾਨੀ ਨਾਲ ਖਿਲਵਾੜ ਕਰਦੇ ਰਹਿਣਗੇ, ਕਿਉਂਕਿ ਇੱਕ ਪਾਸੇ ਤਾਂ ਸਰਕਾਰਾਂ ਦਾਅਵਾ ਕਰਦੀਆਂ ਨੇ ਕਿ ਅਸੀਂ ਲੋਕਾਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਅਸੀਂ ਜਿਹੜਾ ਬਾਹਰ ਜਾਣ ਦਾ ਰੁਝਾਨ ਹੈ ਉਹਨੂੰ ਰੋਕਣਾ ਆ, ਪਰ ਰੋਕੋਗੇ ਕਿੱਥਾਂ? ਤੁਸੀਂ ਨਾ ਤਾਂ ਜਿਹੜੀ ਪ੍ਰਾਇਮਰੀ ਸਿੱਖਿਆ ਹੈ ਉਹਨੂੰ ਬਚਾ ਸਕ ਰਹੇ ਹੋ, ਨਾ ਹੀ ਤੁਸੀਂ ਉੱਚ ਸਿੱਖਿਆ ਨੂੰ ਬਚਾ ਸਕ ਰਹੇ ਹੋ। ਭਰਤੀਆਂ ਜਿਹੜੀਆਂ ਨੇ ਅਸੀਂ ਇੰਨੇ ਸਾਲਾਂ ਦੀ ਮਿਹਨਤ ਕਰਕੇ ਜਿਹੜਾ ਸਰ ਇੱਕ ਟੈਸਟ ਆ ਉਹਨੂੰ ਪਾਸ ਕਰਨ ਲਈ ਇੱਕ ਨੌਜਵਾਨ ਨੂੰ, ਇੱਕ ਕੈਂਡੀਡੇਟ ਨੂੰ ਕਿੰਨੇ ਦਿਨਾਂ ਦੀ, ਕਿੰਨੇ ਮਹੀਨਿਆਂ ਦੀ, ਕਿੰਨੇ ਸਾਲਾਂ ਦੀ ਮਿਹਨਤ ਕਰਨੀ ਪੈਂਦੀ ਆ ਤੇ ਮਿਹਨਤ ਕਰਕੇ ਜਦੋਂ ਉਹ ਮੈਰਿਟ ਵਿੱਚ ਆ ਜਾਂਦਾ ਤੇ ਸਿਲੈਕਟ ਹੋ ਜਾਂਦਾ, ਉਸ ਤੋਂ ਬਾਅਦ ਉਹਨਾਂ ਨਾਲ ਇਹ ਭੱਦਾ ਮਜ਼ਾਕ ਕੀਤਾ ਜਾਂਦਾ ਜੀ। ਤੇ ਇਹ ਜਿਹੜਾ ਆ ਇਹ ਇਕੱਲੇ ਸਿਰਫ ਨੌਜਵਾਨਾਂ ਨਾਲ ਭੱਦਾ ਮਜ਼ਾਕ ਨਹੀਂ ਹੈਗਾ ਜੀ, ਇਹ ਪੰਜਾਬ ਦੀ ਨੌਜਵਾਨੀ ਨਾਲ ਸਾਰੇ ਨਾਲ ਭੱਦਾ ਮਜ਼ਾਕ ਆ, ਪੰਜਾਬ ਦੇ ਸੂਬੇ ਨਾਲ ਭੱਦਾ ਮਜ਼ਾਕ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਸਿੱਖਿਆ ਮੰਤਰੀ ਸਾਹਿਬ ਤੇ ਖਾਸ ਕਰ ਪੰਜਾਬ ਦੇ 92 ਗੂੰਗੇ ਪਹਿਲਵਾਨੋਂ, ਅੱਜ ਉਹ ਪੰਜਾਬ ਦੇ ਨੌਜਵਾਨ ਨੇ, ਤੁਹਾਨੂੰ ਦੱਸਿਆ ਇਹਨਾਂ ਨੇ ਕਿ ਬਹੁਤ ਸਾਰੇ ਕੈਂਡੀਡੇਟ ਉਹ ਨੇ ਜਿਨ੍ਹਾਂ ਨੇ ਡਾਕਟਰੇਟ ਕੀਤੀ ਹੋਈ ਹੈ, ਜਿਨ੍ਹਾਂ ਨੇ ਪੀਐਚਡੀ ਕੀਤੀ ਹੋਈ ਹੈ, ਐਮਫਿਲ ਕੀਤੀ ਹੈ, ਨੈਟ ਜੇਆਰਐਫ ਲਾਉਣ ਦੇ ਲਈ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ। ਆਪਣੀਆਂ ਸਕਾਲਰਸ਼ਿਪ ਛੱਡ ਕੇ ਬਹੁਤ ਸਾਰੇ ਨੌਜਵਾਨ ਨੌਕਰੀ ਤੇ ਪਹਿਲਾਂ ਲੱਗ ਰਹੇ ਸੀਗੇ, ਉਹ ਨੌਕਰੀਆਂ ਛੱਡ ਕੇ ਇਸ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਬਚਾਉਣ ਦੇ ਲਈ ਉੱਤਰ ਆਏ ਸੀ ਤੇ ਅੱਜ ਲੋੜ ਹੈ ਪੰਜਾਬ ਦੀ ਸਮੇਂ ਦੀ ਹੁਕਮਰਾਨ ਸਰਕਾਰ ਨੂੰ ਕਿ ਇਹਨਾਂ 1158 ਦੀ ਭਰਤੀ ਨੂੰ ਨੇਪਰੇ ਚਾੜੇ। ਹੁਣ ਦੇਖਣਾ ਹੋਵੇਗਾ ਕਿ ਸਮੇਂ ਦੀ ਹੁਕਮਰਾਨ ਸਰਕਾਰ ਇਹ 1158 ਦੀ ਭਰਤੀ ਨੂੰ ਕਦੇ ਨੇਪਰੇ ਚਾੜਦੀ ਹੈ। ਸੋ ਬਣੇ ਰਹੋ ਸਰਲੇਖ ਦੇ ਨਾਲ।